थोड़ा जा फासला घटा के इनू लम्मा करना है। लम्मा करके स्टेज के नेड़े भी होके आपां जिहड़ी पिछली स्टेज है ना, पिछली स्टेज गली गई थी जाना, इस करके थोड़ा जा जिहड़ा अपना काफला है थोड़ा लम्मा कर लो। सिंगी बार्डर की जी मेन स्टेज है ना, इतने आप रुक के अपने पोस्टर संगत को विखा के अपना रोस संगत के नाल वंड के असं कि संबंध शांतमई जो मार्च कर रहे हैं संगत को विखा के उस तो बाद आप जी अगली स्टेज है किसान मजदूर संघर्ष कमेटी की स्टेज है वो जाके भी आप संगत के नाल अपने जो रोस है वो करना संगत को दसना। स्टेज करने की जगह जी उत्थे घट है, इस करके आराम से चलो, कोई अपना बीबी भैन कोई बच्चा थले डे ना जाए, आराम नाल चलो। पोस्टर अपने उच्चे करके रखो, जिहड़े विचकार ने संगत हो सीधा करके रखो बड़ा गिरफ्तार किसान रिहा करो, गिरफ्तार किसान रिहा करो, कानून रद्द करो, कानून रद्द करो, गिरफ्तार किसान रिहा करो, जिंदगी तेरे कम निकले गिरफ्तार किए
ਬੰਦ ਹੈ, ਲੇਬਰ ਐਕਟਿਵਿਸਟ ਹੈ, ਬੜਾ ਜਲਦੀ ਤੋਂ ਕਹਿੰਦੇ ਨਹੀਂ ਮੁੜਦੇ ਬਾਬੇ ਸੱਦੀ ਜਾਂਦੇ ਆਪਣੇ ਯਾਰ ਕੋਲ ਦੀ ਨਹੀਂ ਮੁੜਦਾ। ਨਿਹੰਗ ਸਿੰਘ ਫੌਜਾਂ ਸਵਾਗਤ ਕਰਨ ਲਈ ਖੜੀਆਂ ਨੇ ਸਾਡੇ ਅਕਾਲ ਨੰਬਰ ਬਣਾਉਣ ਨੂੰ चलो ठीक है, इकट्ठे हो जाओ बस। ਅੱਗੇ ਆਵਾਂਗੇ ਭਾਜੀ ਅੱਗੇ ਨਿਕਲ ਉਹ ਸਟੇਜ ਤੇ ਕਿੱਥੇ ਆਪਾਂ ਅੱਗੇ ਬਹੁਤ ਦੂਰ ਹੈ ਹਲੇ ਉਹਨਾਂ ਨੂੰ ਤੰਗ ਕਰੀਆਂ ਨੇ ਯਾਰਾ ਗੂੜਾ ਬਹੁਤ ਇੱਕ ਇੱਕ ਕਰਕੇ ਲੰਘ ਜਾਓ ਤੁਸੀਂ ਸਾਡੀਆਂ ਰੋਟੀਆਂ ਸਾਨੂੰ ਮਾਰਦੇ ਦੀਪ ਸਿੱਧੂ ਲੱਖਾ ਹਜ਼ਾਨਾ ਜਿਹੜੇ ਵੀ ਗ੍ਰਿਫਤਾਰ ਕੀਤੇ ਹੋਏ ਕਿਸਾਨ ਨੇ ਉਹਨਾਂ ਦੇ ਹੱਕ ਦੀ ਰੈਲੀ ਕੱਢੀ ਜਾ ਰਹੀ ਹੈ। ਬੰਦੇ ਕੀ ਟਰੈਕਟਰ ਹੀ ਕਢਾ ਕੇ ਲੈ ਕੇ ਜਾਂਦੇ ਜਿਸ ਫੇਸਬੁੱਕ ਤੇ ਹੈਗਾ
ਆ ਤੁਸੀਂ ਇਹਨਾਂ ਦਾ ਵੀ ਲਾਈਵ ਦੇਖ ਸਕਦੇ ਹੋ, ਚੱਲ ਰਿਹਾ ਹੋਏਗਾ ਤੇ ਓਏ ਉਹਦਾ ਆਪ ਹੀ ਆਏ ਬੰਦਾ ਬੜਾ ਮੂਰੇ ਹੋ ਕੇ ਖੜਨਾ ਇਹਨਾਂ ਉਹ ਕਾਕੇ ਇੱਕ ਕੱਲ ਕੋ ਗੱਲ ਤੋਂ ਸੋਏ ਨੇ ਵਾਗ ਓਏ ਓਏ ਉਹ ਪਰੇ ਕਰ ਦੇ ਮੋਟਰਸਾਈਕਲ ਵਾਲੇ ਨੂੰ इधर नहीं कोई जानता नहीं जाएंगे किसान रहा करो चलो मूर्खे बंदे भाई हौली चलो हौली किसान
15 ਦੀਆਂ ਕਿੰਨੀ ਬੱਚੀ ਹੋਣੀ ਹੈ ਇਹਦੇ ਨਾਲ ਹਵਾ ਖਪੇ ਹੋਏ ਨੇ ਦੂਜੇ ਸਾਡੀ ਮੰਗ ਇਹ ਆ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਔਰ 120 ਦੀ ਗਿਣਤੀ ਦੱਸੀ ਜਾ ਰਹੀ ਹੈ ਇਨੋਸੈਂਟ ਪੀਪਲ ਨੇ ਇਨੋਸੈਂਟ ਕਿਹਾ ਗਿਆ ਇਨੋਸੈਂਟ ਅੱਤਵਾਦੀ ਕਾਂਗੜੀ ਸਰਕਾਰ ਮੁਰਦਾਬਾਦ 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 ਅੱਤਵਾਦੀ ਦੱਸਣ ਵਾਲੀ ਸਰਕਾਰ ਮੁਰਦਾਬਾਦ 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 ਕਿਸਾਨ ਏਕਤਾ ਜਿੰਦਾਬਾਦ 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 ਬੜੇ ਕਿਸਾਨ ਤੇ ਨੌਜਵਾਨ ਰਹਿ ਕਰੋ ਰਹਿ ਕਰੋ ਰਹਿ ਕਰੋ ਬੜੇ ਕਿਸਾਨ ਤੇ ਨੌਜਵਾਨ ਰਹਿ ਕਰੋ ਰਹਿ ਕਰੋ ਰਹਿ ਕਰੋ ਮਜ਼ਦੂਰ ਏਕਤਾ ਜਿੰਦਾਬਾਦ 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 ਝੂਠੇ ਪਰਚੇ ਰੱਦ ਕਰੋ मेरे पुत बैठ जाओ सारे बैठ जाओ मेरे पुत बैठ जाओ श्री अकाल फड़े गए 120 बेकसूर लोगों रिहा करो रिहा करो फड़े गए 120 लोगों गिरफ्तार करो 120 नौजवानों रिहा करो 120 नौजवानों रिहा करो किसान मजदूर एकता जिंदाबाद किसान मजदूर एकता जिंदाबाद पहला किसान रिहा हो गए अगला फिर पड़ा हो गए पहला किसान रिहा हो गए किसान रिहा हो गए किसान मजदूर एकता जिंदाबाद पंजाब हरियाणा
जाओ, सारे बैठ जाओ, बैठ जाओ, नौजवान साथी सारे बैठ जाओ। ਅੱਜ ਜਿਹੜੀ ਰੈਲੀ ਆ ਨੌਜਵਾਨਾਂ ਦੇ ਹੱਕਾਂ 'ਚ ਰਿਹਾ ਜਿਹੜੇ ਕੀਤੇ ਗਏ ਨੇ ਉਹਨਾਂ ਵਾਸਤੇ ਕੱਢੀ ਗਈ ਆ, ਪਰ ਕਿਸਾਨ ਜਥੇਬੰਦੀਆਂ ਦਾ ਇਹ ਕਹਿਣਾ ਹੈ ਵੀ ਜੇ ਅਸੀਂ ਗ੍ਰਿਫਤਾਰੀਆਂ ਨੂੰ ਨਾ ਛਡਾਉਣ ਵਾਲੇ ਪਾਸੇ ਹੋ ਗਏ ਤਾਂ ਅਸੀਂ ਕਾਨੂੰਨਾਂ ਵਾਲੇ ਪਾਸੇ ਤੋਂ ਪਿੱਛੇ ਰਹਿ ਜਾਵਾਂਗੇ ਤੇ ਕੀ ਪੁਲਿਸ ਸਾਡੇ ਵੀਰਾਂ ਭਰਾਵਾਂ ਨੂੰ ਫੜਦੀ ਰਵੇ ਤੇ ਅਸੀਂ ਆਵਾਜ਼ ਨਾ ਬੁਲੰਦ ਕਰੀਏ ਨਾ। ਇਸ ਕਰਕੇ ਇਹਦੇ ਸੰਬੰਧ ਦੇ ਵਿੱਚ ਅੱਜ ਜਿਹੜਾ ਇੱਥੇ ਇਕੱਠ ਉਹ ਕੀਤਾ ਗਿਆ, ਉਹ ਸਾਰੇ ਨੌਜਵਾਨ ਆਪ ਮੁਹਾਰੇ ਹਜ਼ਾਰਾਂ ਦਾ ਇਕੱਠ ਜਿਹੜਾ ਹੈ ਸੈਂਕੜਿਆਂ ਤੁਰਿਆ ਸੀ, ਹਜ਼ਾਰਾਂ ਦਾ ਇਕੱਠ ਹੋ ਗਿਆ। ਧੰਨਵਾਦ ਤੁਹਾਡਾ ਸਾਰਿਆਂ ਦਾ। ਇਦਾਂ ਹੀ ਤਗੜੇ ਰਹੋ, ਜਿਉਂਦੇ ਰਹੋ, ਏਕਾ ਬਣਾ ਕੇ ਰੱਖੋ। ਪਰ ਸਾਨੂੰ ਸਾਡੇ ਨੌਜਵਾਨ ਸਾਡੀਆਂ ਧੀਆਂ ਭੈਣਾਂ ਦੀ ਜਿਹੜੀ ਇੱਜ਼ਤ ਵੀ ਉਹਦੇ ਨਾਲ ਖਿਲਵਾੜ ਵੀ ਨਹੀਂ, ਵੀ ਇੱਕ ਕਾਨੂੰਨਾਂ ਨਹੀਂ ਸਮਝ ਸਕਦੇ ਵੀ ਇਹ ਨੌਜਵਾਨ ਇਸੇ ਕਰਕੇ ਅੱਜ ਨੌਜਵਾਨ ਪੂਰੇ ਸੀ ਇਕੱਠੇ ਹੋ ਕੇ ਆਏ। ਧੰਨਵਾਦ। ਇਹ ਸੰਘਰਸ਼ ਲਗਾਤਾਰ ਜਾਰੀ ਰੱਖਣਾ, ਤੈਨੂੰ ਹੋਰ ਤੇਜ਼ ਕਰਨਾ, ਜਿੰਨਾ ਚਿਰ ਤੱਕ ਜੇ ਪਰਚੇ ਰੱਦ ਨਹੀਂ ਹੁੰਦੇ, ਕਿਸਾਨ ਰਾਜ ਨਹੀਂ ਹੁੰਦੇ, ਉਹਨਾਂ ਚਿਰ ਮੋਦੀ ਸਰਕਾਰ ਨਾਲ ਕਿਸੇ ਕਿਸਮ ਦੀ ਗੱਲਬਾਤ ਜਿਹੜੀ ਆ ਨਹੀਂ ਕੀਤੀ ਜਾਵੇਗੀ। ਕਿਸੇ ਕਿਸਮ ਦੀ ਗੱਲਬਾਤ ਨਹੀਂ ਕੀਤੀ ਜਾਵੇਗੀ। ਅਸੀਂ ਆਪਣਾ ਨੌਜਵਾਨਾਂ ਨੂੰ ਇਹ ਕਹਿੰਦੇ ਆ, ਸਭ ਆਪਣਾ ਜੋਰ ਦੇ ਨਾਲ ਹੋਸ਼ ਰੱਖੋ, ਸਬਰ ਦੇ ਨਾਲ ਆਪਾਂ ਲੜਨਾ ਵਾ। ਆਪਾਂ ਇਹ ਲੜਾਈ ਹਰ ਹਾਲਤ 'ਚ ਜਿੱਤਾਂਗੇ। ਅਸੀਂ ਤੁਹਾਡੇ ਗਾੜੀ ਲਾ ਕੇ ਜਿਹੜਾ ਵੀ ਕੰਮ ਕਰਨ ਵਾਲਾ ਅੱਗੇ ਲਾ ਕੇ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਮੇਰੇ ਕਿਸਾਨ ਵੀਰੋ, ਜਿਹੜੇ ਮੇਰੇ ਆ ਵੀਰ ਖੜੇ ਨੇ, ਤੇ ਜਿੱਥੇ ਵੀ ਜਗ੍ਹਾ ਮਿਲਦੀ ਪੰਡਾਲ ਦੇ ਵਿੱਚ ਉੱਥੇ ਬੈਠਣ ਦੀ ਕਿਰਪਾਲਤਾ ਕਰੋ। ਜਿਹੜਾ ਆ ਜਥਾ ਹੁਣ ਆਇਆ ਜੀ ਬਾਬਾ ਬਕਾਲਾ ਅੰਮ੍ਰਿਤਸਰ ਤੋਂ ਹੈ, ਇਹ TDI ਮਾਹੌਲ ਤੋਂ 10 ਕਿਲੋਮੀਟਰ ਦੂਰੀ ਤੋਂ ਪੈਦਲ ਤੁਰ ਕੇ ਆਇਆ। ਹੁਣ ਮੈਂ ਬੇਨਤੀ ਕਰਾਂਗਾ, ਭਾਈ ਗੁਰਪ੍ਰੀਤ ਸਿੰਘ ਜੀ ਜਿਹੜੇ ਜਥੇ ਦੇ ਨਾਲ ਆਏ ਨੇ, ਭਾਈ ਗੁਰਪ੍ਰੀਤ ਸਿੰਘ ਜੀ, ਅੱਛਾ ਜੀ, ਉਸ ਤੋਂ ਪਹਿਲਾਂ ਬਾਬਾ ਰਾਏਰਾਜ ਸਿੰਘ ਜੀ, ਉਹ ਤੁਹਾਡੇ ਅੱਗੇ ਆਪਣੇ ਵਿਚਾਰ ਨੇ 10 ਮਿੰਟ ਵਾਸਤੇ ਰੱਖਣਗੇ। ਬਾਬਾ ਜੀ ਗੁਰੂ ਰੂਪ, ਗੁਰੂ ਖਾਲਸਾ ਸਾਹਿਬ ਸੰਗਤ ਜੀ, ਸਾਰੇ ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਫੜ ਲੈਣ ਆ ਲੈ ਲੈ। ਇਹ ਜੋ ਕਿਸਾਨ ਮਜ਼ਦੂਰ ਦਾ ਸੰਘਰਸ਼ ਭਾਈ ਸਾਹਿਬ ਪਿਛਲੇ 2.5 ਮਹੀਨਿਆਂ ਤੋਂ ਇਸ ਬਾਰਡਰ ਤੇ ਚੱਲ ਰਿਹਾ, ਦਿੱਲੀ ਦੇ ਬਾਰਡਰਾਂ ਤੇ ਸਾਰਿਆਂ ਤੇ, ਟਿੱਕਰੀ ਬਾਰਡਰ, ਸਿੰਘੂ ਬਾਰਡਰ, ਗਾਜ਼ੀਪੁਰ ਬਾਰਡਰ, ਹੋਰ ਵੀ ਜਿੰਨੇ ਬਾਰਡਰ ਨੇ 2.5 ਮਹੀਨਿਆਂ ਤੋਂ ਚੱਲ ਰਿਹਾ। ਪਰ ਕਿਸਾਨਾਂ ਵੱਲੋਂ ਟਰੈਕਟਰ ਰੇਟ ਰੱਖੀ ਗਈ, ਉਹਦੇ ਵਿੱਚ ਨੌਜਵਾਨ ਪੂਰੇ ਸਾਨੂੰ ਆ ਦੰਨਾ ਦੇਖਣੇ ਪੈਂਦੇ। ਜੋ ਕਿਸਾਨਾਂ, ਜੋ ਨੌਜਵਾਨਾਂ ਨੂੰ ਹਾਕ ਮਾਰੀ ਗਈ ਵੀ ਆਪਾਂ ਦਿੱਲੀ ਚੱਲਾਂਗੇ, ਆ ਜਾਓ, ਉਹ ਨੌਜਵਾਨ ਆ ਗਏ। ਫਿਰ ਨੌਜਵਾਨਾਂ ਦਾ ਜੋਸ਼ ਸੀ, ਉਹਨਾਂ ਮੂਹਰੇ ਇਹ ਖੜ ਨਹੀਂ ਸਕੇ। ਇਹਨਾਂ ਦਾ ਜਿਹੜਾ ਰਲ ਗੱਡ ਹੋ ਗਿਆ ਸਰਕਾਰ ਦੇ ਨਾਲ, ਜੋ ਇਹਨਾਂ ਨੇ ਰਸਤੇ ਲਏ ਉਹ ਇਹਨਾਂ ਨੂੰ ਮਨਜ਼ੂਰ ਨਹੀਂ ਸੀਗੇ। ਉਹ ਗੱਲ ਸਾਡੂ ਆਗੂ ਹੋਣ ਦਾ ਕੀ ਮਤਲਬ ਰਹਿ ਗਿਆ। ਇਸ ਕਰਕੇ ਜੋ ਘਟਨਾ, ਜੋ ਮੋਦੀ ਸਰਕਾਰ ਹੈ, ਇਹਨੇ ਸਾਰਾ ਜਾਣਬੁੱਝ ਕੇ ਪਹਿਲਾਂ ਹੀ ਪਲਾਨ ਬਣਾਇਆ ਹੋਇਆ ਸੀ। ਕਿਸਾਨ ਮਜ਼ਦੂਰ ਜੋ ਅੰਦੋਲਨ ਚੱਲ ਰਿਹਾ ਹੈ, ਇਸ ਅੰਦੋਲਨ ਨੂੰ ਬਦਨਾਮ ਕਰਨ ਵਾਸਤੇ ਲਾਲ ਕਿਲੇ ਦੇ ਵਿੱਚ ਪਹਿਲਾਂ ਹੀ ਉੱਥੇ 2000 ਬੰਦਾ RSS ਅਤੇ BJP ਦਾ ਸ਼ਾਮਲ ਸੀ। ਉੱਥੇ ਜੋ ਪਹੁੰਚ ਕੇ ਨੌਜਵਾਨਾਂ ਨੇ ਕਿਸਾਨੀ ਝੰਡਾ ਵੀ ਲਾਇਆ ਅਤੇ ਜਿਹੜਾ ਸਾਡਾ ਗੁਰੂ ਦਾ ਨਿਸ਼ਾਨ ਹੈ, ਸਾਡਾ ਪੰਥ ਦਾ, ਗੁਰੂ ਘਰਾਂ ਦਾ ਜੋ ਨਿਸ਼ਾਨ ਹੈ, ਉਹ ਵੀ ਲਾਇਆ ਉੱਥੇ, ਅਤੇ ਨਾਲ ਹੀ ਤਿਰੰਗਾ ਵੀ ਚਲਾਇਆ। ਉੱਥੇ ਤਿਰੰਗੇ ਦਾ ਕਿਸੇ ਨੇ ਅਪਮਾਨ ਨਹੀਂ ਕੀਤਾ, ਉੱਥੇ ਕੋਈ ਹੋਰ ਕੋਈ ਅਪਮਾਨ ਨਹੀਂ ਕੀਤਾ। ਇਹ ਸਾਡੇ ਜਿਹੜੇ ਲੀਡਰ ਸੀ, ਇਹਨਾਂ ਦੀਆਂ ਨਲਾਇਕੀਆਂ ਨੇ ਇੱਕ ਹਊਆ ਬਣਾਤਾ। ਇਹ ਮੈਸੇਜ ਦੇਤਾ, ਇੱਕ ਸਰਕਾਰ ਨੂੰ ਕੋਲ ਦੇ ਦਿੱਤੀ ਵੀ ਜਿਹੜੇ ਉੱਥੇ ਗਏ ਸੀ, ਇਹਨਾਂ ਨੇ ਬੋਲਿਆ ਸਟੇਜਾਂ ਤੋਂ, ਉਹ ਗਦਾਰ ਨੇ, ਉਹ ਕੁੱਤੇ ਨੇ। ਇੱਥੋਂ ਤੱਕ ਇਹਨਾਂ ਨੇ ਕਿਹਾ, ਇਹਨਾਂ ਦੀਆਂ ਨਲਾਇਕੀਆਂ ਕਰਕੇ ਸਰਕਾਰ ਨੂੰ ਮੌਕਾ ਮਿਲ ਗਿਆ।
ਸਾਡੇ ਨੌਜਵਾਨਾਂ ਤੇ ਕੇਸ ਦਰਜ ਕੀਤੇ ਗਏ। ਆ ਭੈਣ ਬੀਬੀ ਨਵਦੀਪ ਕੌਰ ਜਿਹੜੀ 20-25 ਦਿਨਾਂ ਤੋਂ ਅਰੈਸਟ ਹੈ, ਇਹ ਕਿਸਾਨ ਮੋਰਚੇ ਦੇ ਜਿਹੜੇ ਆਗੂ ਨੇ, ਇਹਨਾਂ ਦੇ ਮੂੰਹ ਸਿਉਂਤੇ ਹੋਏ ਨੇ। ਅੱਜ ਤੱਕ ਇਹਨਾਂ ਨੇ ਇੱਕ ਵੀ ਬਿਆਨ ਨਹੀਂ ਉਹਦੇ ਪ੍ਰਤੀ ਦਿੱਤਾ। ਕਿਉਂ? ਉਹ ਸਾਡੀ ਬੱਚੀ ਨਹੀਂ ਹੈਗੀ, ਉਹ ਕੋਈ ਬਾਹਰੋਂ ਆਈ ਹੋਈ ਆ। ਉਹ ਗੁਰਮੁਖ ਹੋਵੇ ਸਭ, ਜਿਹੜਾ ਕੋਈ ਵੀ ਹੈ, ਚਾਹੇ ਕਿਸਾਨ ਛੋਟੇ ਤੋਂ ਛੋਟਾ, ਵੱਡੇ ਤੋਂ ਵੱਡਾ, ਜੋ ਵੀ ਮਨੁੱਖ ਇਸ ਮੋਰਚੇ ਦੇ ਵਿੱਚ ਆ ਗਿਆ, ਉਹ ਸਾਡਾ ਕਿਸਾਨਾਂ ਦਾ ਭਾਈ ਹੈ, ਵੀਰ ਹੈ ਅਤੇ ਗੁਰਮੁਖ ਪਿਆਰੋ ਸਾਡਾ ਹੈ। ਇਹ ਨਹੀਂ ਕਹਿਣਾ ਵੀ ਜੇ ਕੋਈ ਗਲਤੀ ਹੋ ਗਈ। ਰੋਸ ਹੈ, ਮੋਦੀ ਸਰਕਾਰ ਨੂੰ ਚਾਹੀਦਾ ਜੇ ਇਹਨਾਂ ਦਾ ਰੋਸ ਰੋਕਣਾ ਹੈ ਉਹ ਹੋਰ ਕਾਲੇ ਕਾਨੂੰਨ ਰੱਦ ਕਰ ਦੇਵੋ। ਇਹ ਆਪੋ ਆਪਣੇ ਘਰਾਂ ਨੂੰ ਚਲੇ ਜਾਣਗੇ। ਕਿਉਂ ਤੁਸੀਂ ਪਰਚੇ ਪਾਉਂਦੇ ਹੋ? ਜਿੱਥੇ ਸਾਡੇ ਨੌਜਵਾਨਾਂ ਉੱਤੇ ਪਰਚੇ ਪਾਏ ਗਏ, ਦੀਪ ਸਿੱਧੂ ਤੇ ਪਰਚਾ ਪਾਇਆ ਗਿਆ, ਲੱਖੇ ਸਿਧਾਣੇ ਉੱਤੇ ਪਰਚਾ ਪਾਇਆ ਗਿਆ, ਹੋਰ ਨੌਜਵਾਨਾਂ ਉੱਤੇ ਪਰਚੇ ਪਾਏ ਗਏ, ਫੜ ਕੇ ਅਰੈਸਟ ਕੀਤੇ ਗਏ। ਇਹ ਸਾਰੀ ਅਸੀਂ ਨਿੰਦਿਆ ਕਰਦੇ ਆ। ਜਿਹੜੇ ਸਾਡੇ ਕਿਸਾਨ ਆਗੂ ਨੇ ਮੋਰਚੇ ਦੇ, ਉਹਨਾਂ ਉੱਤੇ ਵੀ ਪਰਚੇ ਪਾਏ ਗਏ। ਅਸੀਂ ਮੰਗ ਕਰਦੇ ਆ ਕਿ ਇਹਨਾਂ ਸਾਰਿਆਂ ਦੇ ਵਿੱਚ ਕਿਸਾਨ ਆਗੂ ਆ ਗਏ, ਵਿੱਚ ਜਿਹੜੇ ਸਾਡੇ ਨੌਜਵਾਨ ਫੜੇ ਹੋਏ ਨੇ, ਦੀਪ ਸਿੱਧੂ ਵਰਗੇ, ਬੀਬੀ ਨਵਦੀਪ ਕੌਰ ਵਰਗੇ, ਉਹਨਾਂ ਤੇ ਉੱਤੇ ਜਿਹੜੇ ਪਰਚੇ ਦਰਜ ਨੇ ਉਹ ਖਤਮ ਕੀਤੇ ਜਾਣ। ਬਿਨਾਂ ਕਿਸੇ ਸ਼ਰਤ ਤੋਂ ਉਹਨਾਂ ਨੂੰ ਰਿਹਾ ਕੀਤਾ ਜਾਵੇ। ਕੋਈ ਉਹਨਾਂ ਉੱਤੇ ਮੁਕੱਦਮਾ ਨਹੀਂ ਚਲਾਇਆ ਜਾਣਾ ਚਾਹੀਦਾ। ਇਹ ਕਿਸਾਨ ਆਗੂਆਂ ਨੂੰ ਬੇਨਤੀ ਹੈ ਕਿ ਜੇ ਪ੍ਰਧਾਨ ਮੰਤਰੀ ਤੁਹਾਡੇ ਨਾਲ ਗੱਲਬਾਤ ਦਾ ਰਾਹ ਪੱਧਰਾ ਕਰਦਾ ਖੋਲਦਾ, ਪਹਿਲਾਂ ਉੱਥੇ ਗੱਲਬਾਤ ਕਰਨ ਤੋਂ ਪਹਿਲਾਂ ਇਹ ਮੰਗ ਜ਼ਰੂਰ ਰੱਖੋ, ਉਹ ਤੁਹਾਡੇ ਨਾਲ ਤਾਂ ਟਕੈਤ ਹੀ ਚੰਗਾ ਹੈ। ਜਿਹਨੇ ਬਿਆਨ ਦੇ ਦਿੱਤਾ ਵੀ ਪਹਿਲਾਂ ਨੌਜਵਾਨ ਨੇ ਹਾਂ ਕਰੋ, ਪਰਚੇ ਰੱਦ ਕਰੋ, ਫਿਰ ਗੱਲ ਕਰਾਂਗੇ। ਤੁਹਾਡੇ ਮੂੰਹ ਸਿਉਂਤੇ ਗਏ, ਤੁਹਾਡੇ ਵਿੱਚ ਮਰਦਾਂ ਵਾਲੀ ਗੱਲ ਨਹੀਂ ਹੈਗੀ, ਤੁਹਾਡੇ ਵਿੱਚ ਮਰਦਾਂ ਵਾਲੀ ਗੱਲ ਨਹੀਂ ਹੈਗੀ, ਤੁਹਾਡੇ ਮੂੰਹ ਸਿਉਂਤੇ ਹੋਏ ਨੇ। ਅੱਜ ਇਹਨਾਂ ਨੇ ਆਪਣੇ ਪੈਰ ਤੇ ਆਪ ਕੁਹਾੜਾ ਮਾਰ ਲਿਆ। ਜਿਹੜਾ ਪੰਜਾਬ ਦੇ ਹਿੱਸੇ ਅੱਜ ਜਿੱਤ ਦਾ ਚਿਹਰਾ ਬਣਨਾ ਸੀਗਾ, ਇਹ ਯੂਪੀ ਦੇ ਸਿਰ ਬੰਨਿਆ ਜਾਣਾ। ਗੁਰਮੁਖ ਇਹਨਾਂ ਦੀ ਨਲਾਇਕੀ ਹੋਈ ਹੈ, ਇਹਨਾਂ ਨੇ ਨਲਾਇਕਪਣਾ ਕੀਤਾ ਹੈ, ਨੌਜਵਾਨਾਂ ਨੂੰ ਸਾਰਿਆਂ ਨੂੰ ਪਿੱਛੇ ਧੱਕ ਦਿੱਤਾ ਹੈ। ਆਪ ਹੀਰੋ ਬਣਨ ਦੇ ਮਾਰੇ ਇਹ ਜ਼ੀਰੋ ਬਣ ਗਏ ਨੇ। ਹੁਣ ਵੀ ਕੋਈ ਡੁੱਲੇ ਬੇੜਾ ਦਾ ਕੁਛ ਨਹੀਂ ਵਿਗੜਿਆ। ਹਜੇ ਵੀ ਇੱਕ ਮੁਕਤਤਾ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈ। ਦੇਖੋ ਜਿੱਥੇ ਸਾਡਾ ਰੋਲ ਹੈ, ਮੈਂ ਬੇਨਤੀਆਂ ਕਰਨਾ ਚਾਹੁੰਦਾ ਸੰਗਤਾਂ ਨੂੰ, ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ। ਖਾਲਸਾ ਪੰਥ ਅਜੇ ਜਿਉਂਦਾ, ਕੁੰਡਲੀਆ ਸਭ ਵੀਰ ਖਾਲਸਾ ਅਜੇ ਨਹੀਂ ਮਰਿਆ, ਅਜੇ ਅਸੀਂ ਜਿਉਂਦੇ ਆ। ਜੇ ਇਹ ਨਹੀਂ ਕੋਈ ਪੈਰਵਾਈ ਕਰਨਗੇ, ਖਾਲਸਾ ਪੰਥ ਕਰੂਗਾ ਦੀ ਪੈਰਵਾਈ। ਅਸੀਂ ਇਹਨਾਂ ਨੌਜਵਾਨਾਂ ਨੂੰ ਬਾਹਰ ਲੈ ਕੇ ਆਵਾਂਗੇ, ਅਸੀਂ ਲੈ ਕੇ ਆਵਾਂਗੇ ਦੀਪ ਸਿੱਧੂ ਨੂੰ ਬਾਹਰੋਂ। ਅਸੀਂ ਤੁਹਾਡੇ ਕੇਸ ਖਾਰਜ ਕਰਾਵਾਂਗੇ, ਬੀਬੀ ਨਵਦੀਪ ਕੌਰ ਦੀ ਜ਼ਮਾਨਤ ਅਸੀਂ ਕਰਾਵਾਂਗੇ। ਜਿਹੜੇ ਕਿਸਾਨ ਆਗੂ ਆ ਨਾ, ਕੱਲੇ ਨੌਜਵਾਨਾਂ ਦੇ ਕੇਸ ਨਹੀਂ ਅਸੀਂ ਖਾਰਜ ਕਰਾਉਣੇ, ਉਹਨਾਂ ਨੂੰ ਬਾਹਰੋਂ ਨਿਕਲ ਕੱਲਿਆਂ ਨੂੰ। ਇਹ ਜਿਹੜੇ ਸਾਡੇ ਆਪਣੇ ਆਗੂ ਨੇ, ਇਹਨਾਂ ਦੇ ਕੇਸ ਵੀ ਅਸੀਂ ਖਾਰਜ ਕਰਾਵਾਂਗੇ, ਇਹਨਾਂ ਨੂੰ ਵੀ ਇਹ ਬਰੀ ਕਰਾਵਾਂਗੇ, ਇਹਨਾਂ ਦੇ ਵੀ ਕੇਸ ਲੜਾਂਗੇ। ਇਹ ਸਾਡਾ ਐਲਾਨ ਹੈ। ਅਸੀਂ ਵਕੀਲ ਨਾਲ ਪਹਿਲਾਂ ਤਿਆਰ ਕਰ ਲਿਆ। ਉਸ ਨੌਜਵਾਨਾਂ ਦੀ ਰਿਹਾਈ ਹੋਈ ਹੈ, ਰਾਹ ਖੁੱਲ ਚੁੱਕਿਆ। ਘਬਰਾਉਣ ਦੀ ਤੁਹਾਨੂੰ ਲੋੜ ਨਹੀਂ ਗੁਰਮੁਖੋ। ਜਦੋਂ ਸੰਘਰਸ਼ ਚੱਲਦਾ ਉਹ ਸ਼ਹੀਦੀਆਂ ਵੀ ਹੁੰਦੀਆਂ ਨੇ, ਉਹਦੇ ਵਿੱਚ ਜੇਲਾਂ ਵੀ ਹੁੰਦੀਆਂ ਨੇ, ਉਹਦੇ ਵਿੱਚ ਸਾਨੂੰ ਕਈ ਵਾਰੀ ਜ਼ਖਮੀ ਹੋਣਾ ਪੈਂਦਾ ਹੈ, ਕਈ ਵਾਰੀ ਗੁਰਮੁਖ ਪਿਆਰੇ ਪਾਸੇ ਬਦਲਦੇ ਵੀ ਨੇ। ਪਰ ਜਦੋਂ ਹੱਕ ਤੇ ਸੱਚ ਦੀ, ਜਦੋਂ ਨੇਕੀ ਤੇ ਬਦੀ ਦੀ ਲੜਾਈ ਹੋਵੇ, ਫਿਰ ਉੱਥੇ ਨੇਕੀ ਦੀ ਜਿੱਤ ਹੁੰਦੀ ਆ, ਸੱਚ ਦੀ ਜਿੱਤ ਹੁੰਦੀ ਆ, ਅਤੇ ਬਦੀ ਨੂੰ ਹਾਰ ਦਾ ਮੂੰਹ ਦੇਖਣਾ ਪੈਂਦਾ ਹੈ। ਇਸ ਕਰਕੇ ਮੈਂ ਤੁਹਾਨੂੰ ਬੇਨਤੀਆਂ ਕਰਦਾ, ਇੱਕ ਮੁੱਠਤੇ ਦਾ ਪ੍ਰਗਟਾਵਾ ਕਰਨਾ। ਆਪਾਂ ਨੇ ਏਕੇ ਦੇ ਵਿੱਚ ਰਹਿ ਕੇ, ਜਾਬਤੇ ਦੇ ਵਿੱਚ ਰਹਿ ਕੇ, ਸ਼ਾਂਤੀ ਦੇ ਵਿੱਚ ਰਹਿ ਕੇ ਇਹ ਮੋਰਚਾ ਜਿੱਤਣਾ। ਬਾਕੀ ਹਿਸਾਬ ਕਿਤਾਬ ਅਸੀਂ ਗਾਹਾਂ ਜਾ ਕੇ ਕਰਾਂਗੇ। ਉਹ ਸਾਡੇ ਮਨ ਦੇ ਵਿੱਚ ਕਿਹਦਾ ਕਿੱਥੇ ਕਿੱਥੇ ਰੋਲ ਹੈ, ਉਹ ਤੁਹਾਡੇ ਸਾਹਮਣੇ ਸਾਰਾ ਕੁਝ ਆ ਜਾਊਗਾ। ਇੱਕ ਵਾਰੀ ਅਸੀਂ ਇਹ ਮੋਰਚਾ ਜਿੱਤ ਲਈਏ, ਫਿਰ ਦੇਖਾਂਗੇ ਇਹਨਾਂ ਨੂੰ ਕਿੱਥੇ ਭੱਜਦੇ ਨੇ, ਭੱਜਣ ਨਹੀਂ ਦੇਣਾ। ਕੱਲੀ ਕੱਲੀ ਗੱਲ ਦਾ ਹਿਸਾਬ ਕਿਤਾਬ ਲਵਾਂਗੇ, ਕੱਲੀ ਕੱਲੀ ਗੱਲ ਦਾ ਹਿਸਾਬ ਕਿਤਾਬ ਲਿਆ ਜਾਊਗਾ। ਇਹ ਦੇਖ ਰਿਹਾ ਭਾਰਤ ਦਾ ਮੋਰਚਾ, ਇਹ ਕੱਲੇ ਪੰਜਾਬ ਦਾ ਨਹੀਂ। ਹੁਣ ਸੁਣ ਲਓ, ਕੱਲੇ ਪੰਜਾਬ ਦਾ ਮੋਰਚਾ ਨਹੀਂ, ਕੱਲੇ ਹਰਿਆਣੇ ਦਾ, ਯੂਪੀ ਦਾ ਮੋਰਚਾ ਨਹੀਂ, ਇਹ ਪੂਰੇ ਭਾਰਤ ਦਾ ਮੋਰਚਾ ਬਣ ਚੁੱਕਿਆ ਹੈ, ਜਿਹਦੇ ਵਿੱਚ ਅਸੀਂ 85% ਲੋਕ ਜਿਨ੍ਹਾਂ ਨੂੰ ਸ਼ੂਦਰ ਕਿਹਾ ਜਾਂਦਾ ਹੈ, ਗੁਰਮੁਖੋ, ਉਹ ਇਕੱਠੇ ਹੋ ਗਏ ਨੇ।
ਜਿਹੜੇ ਬਿੱਲ ਲਾਗੂ ਕੀਤੇ ਨੇ ਇਹਨਾਂ ਦਾ ਕੀ ਮਤਲਬ ਹੈ ਤੁਹਾਡੀਆਂ ਜ਼ਮੀਨਾਂ ਖੋਹਣ ਦਾ ਕਿ ਇਹ ਸ਼ੂਦਰ ਲੋਕ ਨੇ, ਇਹ ਰਾਖਸ਼ ਲੋਕ ਨੇ। ਮਨੂ ਸਮਿਰਤੀ ਦੇ ਮੁਤਾਬਕ ਇਹਨਾਂ ਨੂੰ ਕੋਈ ਜ਼ਮੀਨਾਂ ਰੱਖਣ ਦਾ ਹੱਕ ਨਹੀਂ ਹੈ। ਇਹ ਗੁਲਾਮੀ ਕਰਨ ਦੇ ਅਧਿਕਾਰ ਨੇ, ਇਹਨਾਂ ਨੂੰ ਇਹ ਗੁਲਾਮੀ ਕਰ ਸਕਦੇ ਨੇ। ਇਸ ਕਰਕੇ ਇਹ RSS BJP ਦੀ ਸਰਕਾਰ ਮਨੂ ਸਮਿਰਤੀ ਲਾਗੂ ਕਰਨਾ ਚਾਹੁੰਦੀ ਹੈ ਭਾਰਤ ਦੇ ਵਿੱਚ। ਪਰ ਅਸੀਂ ਨੇ ਜਿਹੜੇ 85% ਲੋਕ ਆ ਜਿਨ੍ਹਾਂ ਦੀ ਗਵਾਹੀ ਬਾਵਨ ਮੇਸਰਾਮ ਰਾਸ਼ਟਰੀ ਕ੍ਰਾਂਤੀਕਾਰੀ ਪ੍ਰਧਾਨ ਕਰ ਰਹੇ ਨੇ, ਅਸੀਂ ਉਹ ਭਾਰਤ ਦੇ ਵਿੱਚ ਜੂਝ ਰਹੇ ਨੇ ਇਹਨਾਂ ਮਨੂ ਸਮਿਰਤੀ ਦੇ ਨਾਲ। ਖਾਲਸਾ ਪੰਥ ਉਹਨਾਂ ਦੇ ਨਾਲ ਖੜਾ, ਉਹ ਸਾਡੇ ਨਾਲ ਖੜੇ ਨੇ। ਉਹਨਾਂ ਨੇ ਵੀ ਇਸ ਮੋਰਚੇ ਦਾ ਸਮਰਥਨ ਕਰਤਾ। ਹੁਣ ਇਹ ਜਿੱਥੇ ਪੰਜਾਬ ਦਾ ਨਾਂ ਰਹਿ ਕੇ ਹਰਿਆਣਾ ਦਾ ਨਾਂ ਹੋ ਕੇ ਪੂਰੇ ਭਾਰਤ ਦਾ ਮੋਰਚਾ ਬਣ ਗਿਆ, ਉੱਥੇ ਇਹ ਬੰਦ ਦੇ ਵਿੱਚ ਜਿਨ੍ਹਾਂ ਨੇ ਗੁਰਮੁਖ ਪਿਆਰੇ ਸਾਡੇ ਨੇ ਸਮਰਥਨ ਦਿੱਤਾ, ਬਾਇਓਡਨ ਦੀ ਉਪ ਪ੍ਰਧਾਨ ਮੰਤਰੀ ਕਮਲ ਹੈਰਿਸ, ਉਹਦੀ ਭਾਣਜੀ ਮੀਨਾ ਹੈਰਿਸ ਨੇ ਵੀ ਤੁਹਾਨੂੰ ਹਮਾਇਤ ਕਰ ਦਿੱਤੀ ਹੈ। ਇੰਗਲੈਂਡ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਦੀ ਚਰਚਾ ਛਿੜ ਗਈ ਹੈ। ਕੈਲੀਫੋਰਨੀਆ ਦੇ ਲੋਕ ਨੇ ਤੁਹਾਡੀ ਗੁਰਮੁਖ ਹਮਾਇਤ ਕਰ ਦਿੱਤੀ ਹੈ। ਜਿਹੜੀ ਅਮਰੀਕਾ ਦੀ ਪੌਪ ਸਿੰਗਰ ਹੈ ਰਿਹਾਨਾ, ਉਹਨੇ ਵੀ ਤੁਹਾਡੀ ਹਮਾਇਤ ਕਰ ਦਿੱਤੀ ਹੈ। ਵੱਡੇ ਵੱਡੇ ਜੋ ਬਾਹਰਲੇ ਕੰਟਰੀਆਂ ਦੇ ਲੋਕ ਨੇ, ਹਸਤੀਆਂ ਨੇ, ਉਹ ਤੁਹਾਡੀ ਹਮਾਇਤ ਦੇ ਵਿੱਚ ਖੜ ਗਈਆਂ ਨੇ। ਅੱਜ ਮੋਦੀ ਸਰਕਾਰ ਦੀ ਪਿੱਠ ਲੱਗ ਚੁੱਕੀ ਹੈ। ਇਹਨਾਂ ਜਿਹੜੇ ਭਗਤ ਸੀ ਉਹ ਮੂੰਹ ਦੇ ਮੂੰਹ ਡਿੱਗ ਚੁੱਕੇ ਹਨ। ਅੱਜ ਜੋ ਵੀ ਚੱਲ ਰਿਹਾ ਹੈ, ਚਾਹੇ ਸੋਸ਼ਲ ਮੀਡੀਆ ਉੱਤੇ ਹੋਵੇ, ਚਾਹੇ ਕੋਈ ਟਵੀਟ ਕਰਦਾ ਹੋਵੇ, ਉੱਥੇ ਕੀ ਪਤਾ ਲੱਗਦਾ ਹੈ? ਉੱਥੇ ਕਿਸਾਨ ਮਜ਼ਦੂਰ ਜੈ ਜਵਾਨ ਜੈ ਕਿਸਾਨ ਦੇ ਨਾਰੇ ਲੱਗਦੇ ਨੇ। ਆਪਾਂ ਨੇ ਨਾਰਾ ਲਾਉਣਾ ਹੈ, ਭਾਰਤ ਦੇਸ਼ ਦੇ ਕਿਸਾਨ ਮਜ਼ਦੂਰ ਏਕਤਾ, ਕਿਸਾਨ ਮਜ਼ਦੂਰ ਏਕਤਾ। ਅਸੀਂ ਸਾਰੇ ਭਾਰਤ ਦੇ ਕਿਸਾਨ 85% ਲੋਕ ਇੱਕ ਹੋ ਚੁੱਕੇ ਹੈ, ਸਾਨੂੰ ਜਾਗ ਹੋ ਚੁੱਕੀ ਹੈ। ਅਸੀਂ ਡਾਕਟਰ BR ਅੰਬੇਡਕਰ ਦਾ ਜਿਹੜਾ ਸੰਵਿਧਾਨ ਬਣਾਇਆ ਹੋਇਆ ਉਹਨੂੰ ਲਾਗੂ ਰੱਖਣਾ ਹੈ। ਇਹ ਜਿਹੜੇ RSS ਵਾਲੇ ਮਨੂ ਸਮਿਰਤੀ ਵਾਲੇ ਲੋਕ ਨੇ, ਇਹ ਗੁਰਮੁਖ ਮਨੂ ਸਮਿਰਤੀ ਇੱਥੇ ਲਿਆਉਣਾ ਚਾਹੁੰਦੇ ਨੇ, ਇੱਥੇ ਮਨੂਵਾਦ ਪੈਦਾ ਕਰਨਾ ਚਾਹੁੰਦੇ ਨੇ। ਜੋ ਗੱਲ ਸਾਨੂੰ ਨਹੀਂ ਮਨਜ਼ੂਰ, ਸਾਨੂੰ ਅਸੀਂ ਜਾਗ ਚੁੱਕੇ ਹਾਂ, ਅਸੀਂ ਇੱਕ ਹੋ ਚੁੱਕੇ ਹਾਂ। ਇਹ ਮੋਰਚਾ ਜਿੱਤ ਕੇ ਜਾਵਾਂਗੇ। ਹਾਥੀ ਲੰਘ ਗਿਆ, ਪੂਛ ਰਹਿ ਗਈ, ਉਹ ਵੀ ਹੁਣ ਧੱਕੇ ਨਾਲ ਆਪਾਂ ਨਾ ਕੱਢ ਦੇਣੀ, ਆਪਾਂ ਨੇ ਪਾਰ ਹੋ ਜਾਣਾ ਹੈ। ਮੋਰਚਾ ਜਿੱਤਾਂਗੇ। ਜਿੱਤ ਦੇ ਉੱਤੇ ਤੁਹਾਡੀ ਗੁਰਮੁਖ ਪਿਆਰੇ ਦਿਨ ਦੂਰ ਨਹੀਂ, ਜਦੋਂ ਤੁਸੀਂ ਇੱਥੇ ਜਿੱਤ ਦੇ ਝੰਡੇ ਗੱਡ ਕੇ ਫਿਰ ਆਪੋ ਆਪਣੇ ਘਰਾਂ ਨੂੰ ਜਾਣਾ ਹੈ। ਚੜ੍ਹਦੀ ਕਲਾ ਦੇ ਵਿੱਚ ਰਹੋ, ਏਕੇ ਦੇ ਵਿੱਚ ਰਹੋ। ਤੁਸੀਂ ਨੇ ਸਾਰਿਆਂ ਨੇ ਸਾਡਾ ਸਾਥ ਦੇਣਾ, ਘਬਰਾਉਣਾ ਨਹੀਂ। ਮੈਂ ਜਿਹੜੇ ਨੌਜਵਾਨ ਵੀਰ ਫੜੇ ਹੋਏ ਨੇ ਉਹਨਾਂ ਦੇ ਮਾਤਾ ਪਿਤਾ ਨੂੰ, ਉਹਨਾਂ ਦੇ ਪਰਿਵਾਰਾਂ ਨੂੰ ਵਿਸ਼ਵਾਸ ਦਿਵਾਉਣਾ ਹੈ, ਤੁਹਾਨੂੰ ਬੋਲਣ ਦੀ ਲੋੜ ਨਹੀਂ। ਤੁਹਾਡੇ ਨਾਲ ਆ ਸਾਰਾ ਕਿਸਾਨ, ਸਾਰਾ ਮਜ਼ਦੂਰ, ਸਾਰਾ ਖਾਲਸਾ ਪੰਥ ਤੁਹਾਡੇ ਨਾਲ ਖੜਾ ਹੈ। ਤੁਸੀਂ ਬਿਲਕੁਲ ਨਾ ਘਬਰਾਇਓ। ਉਹ ਸਾਡੇ ਬੱਚੇ ਨੇ, ਉਹ ਸਾਡੇ ਬੱਚੇ ਨੇ, ਅਸੀਂ ਉਹਨਾਂ ਦੇ ਆ, ਉਹਨਾਂ ਨੂੰ ਬਾਹਰ ਲੈ ਕੇ ਆਵਾਂਗੇ। ਹਰ ਕੋਈ ਕੀਮਤ ਚੁਕਾਉਣੀ ਕਿਉਂ ਨਾ ਪਵੇ। ਕਦੇ ਸਾਨੂੰ ਇਹ ਅਪਮਾਨ ਉਦੋਂ ਕਹਿਣਾ ਹੋਇਆ। ਮੈਂ ਪ੍ਰਧਾਨ ਮੰਤਰੀ ਨੂੰ ਦੱਸਣਾ ਚਾਹੁੰਦਾ ਕਿ ਤੇ 25 ਕਰੋੜ ਦੇ ਵਿੱਚ ਲਾਲ ਕਿਲਾ ਅਡਵਾਨੀਆਂ ਨੂੰ ਗਹਿਣੇ ਦਿੱਤਾ ਹੋਇਆ, 1 ਸਾਲ ਦੀ ਖਾਤਰ ਠੇਕੇ ਤੇ ਦਿੱਤਾ ਹੋਇਆ। ਆ ਖਾਲਸਾ ਪੰਥ ਤੈਨੂੰ ਕਹਿ ਰਿਹਾ, ਅਸੀਂ ਤੈਨੂੰ 50 ਕਰੋੜ ਰੁਪਇਆ ਦਿੰਦੇ ਆ, ਸਾਨੂੰ 1 ਸਾਲ ਦੀ ਖਾਤਰ ਲਾਲ ਕਿਲਾ ਠੇਕੇ ਤੇ ਦੇ ਦਿਓ। ਕੱਲ ਨੂੰ ਲੈਂਦੀ 50 ਕਰੋੜ ਰੁਪਇਆ ਤੇਰੇ ਮੂੰਹ ਤੇ ਮਾਰਾਂਗੇ, ਲੈ ਜਾ ਦੇ ਸਾਨੂੰ ਠੇਕੇ ਤੇ। ਕਿਉਂ ਲੋਕਾਂ ਨੂੰ ਲੜਾਉਣਾ ਹੈ? ਕਿਉਂ ਬੰਦੀ ਸਿਆਸਤ ਖੇਡਦਾ ਤੂੰ ਮੋਦੀਆ? ਕਰਦੇ ਰੱਦ ਇਹ ਗੁਰਮੁਖ, ਇਹ ਤੈਨੂੰ ਸਾਰੇ ਰੱਦ ਕਰਾ ਕੇ ਜਾਣਗੇ। ਇੱਥੋਂ ਅਸੀਂ 1 ਇੰਚ ਵੀ ਨਹੀਂ ਹਿੱਲਣਾ। ਹੁਣ ਸਾਰਾ ਲੋਕ, ਸਾਰਾ ਵਰਲਡ ਤੁਹਾਡੀ ਪਿੱਠ ਤੇ ਖੜਾ ਹੋ ਗਿਆ। ਘਬਰਾਉਣ ਦੀ ਲੋੜ ਨਹੀਂ। ਖਾਲਸਾ ਪੰਥ ਵੀ ਤੁਹਾਡੇ ਨਾਲ ਹੈ, 85% ਲੋਕ ਵੀ ਤੁਹਾਡੇ ਨਾਲ ਨੇ, ਪੂਰਾ ਵਰਲਡ ਤੁਹਾਡੇ ਨਾਲ ਹੈ। ਹੁਣ ਅਸੀਂ ਪੂਰੇ ਚੜ੍ਹਦੀ ਕਲਾ ਦੇ ਵਿੱਚ ਹੈ। ਬਸ ਮੋਰਚਾ ਹੁਣ ਜਿੱਤਿਆ ਹੋਇਆ, ਜਿੱਤ ਯਕੀਨੀ ਹੈ। ਐਲਾਨ ਹੋਣਾ ਬਾਕੀ ਹੈ। ਮੋਦੀ ਅੱਜ ਕਰਦੇ ਭਾਵੇਂ ਕੱਲ ਕਰਦੇ, ਇਹ ਹੁਣ ਤੁਹਾਡੀ ਜਿੱਤ ਪਰਚਮ ਚੁੱਲ ਚੁੱਕੇ ਨੇ। ਜਿਹੜਾ ਨਿਸ਼ਾਨ ਕਿਲੇ ਦੇ ਉੱਤੇ ਚੁੱਲਿਆ ਉਹ ਜਿੱਤ ਦਾ ਹੀ ਨਿਸ਼ਾਨ ਹੈ, ਤੇ ਜਿੱਤੀ ਰਹਿਣੀ ਹੈ। ਕਿਸਾਨਾਂ ਦੀ ਜਿੱਤ, ਭਾਰਤ ਦੇ ਲੋਕਾਂ ਦੀ ਜਿੱਤ ਹੋਣੀ ਹੈ।
ਕਿਸਾਨਾਂ ਦੀ ਜਿੱਤ ਹੋਣੀ ਹੈ, ਭਾਰਤ ਦੇ ਲੋਕਾਂ ਦੀ ਜਿੱਤ ਹੋਣੀ ਹੈ ਅਤੇ ਸੱਚ ਦੀ ਜਿੱਤ ਹੋਣੀ ਹੈ। ਝੂਠ ਨੇ ਇੱਥੋਂ ਨਿਕਲ ਜਾਣਾ ਹੈ। ਜਿਹੜੀ RSS ਹੈ, ਮਨੂਵਾਦ ਹੈ, BJP ਹੈ, ਭੱਜ ਭਾ ਜੋ ਡਾਂਗਾ ਪੈਂਦੀਆਂ ਨੇ ਫਿਰ ਭੱਜ ਲੈਂਦੀ ਹੈ, ਫਿਰ ਭੱਜ ਭਾ ਬਣ ਜਾਂਦੀ ਹੈ। ਇਹਨਾਂ ਨੂੰ ਅਸੀਂ ਇੱਥੋਂ 7 ਸਮੁੰਦਰ ਪਾਰ ਕਰ ਦਿਆਂਗੇ। 3.5% ਲੋਕ ਸਾਡੇ ਉੱਤੇ ਹਾਵੀ ਹੋ ਗਏ। ਅਸੀਂ 85% ਲੋਕ ਅਸੀਂ ਪੜ੍ਹੇ ਲਿਖੇ ਆ, ਅਸੀਂ ਸਾਨੂੰ ਸਾਰਾ ਕੁਝ ਆਉਂਦਾ। ਸਾਡੇ ਬੱਚੇ ਵਕੀਲ ਵੀ ਨੇ, ਸਾਡੇ ਬੱਚੇ ਜੱਜ ਵੀ ਨੇ, ਸਾਡੇ ਬੱਚੇ ਡਾਕਟਰ ਵੀ ਨੇ। ਅਸੀਂ ਸਾਰੇ ਹੀ ਜਾਣਦੇ ਆ ਕਾਨੂੰਨ, ਸਾਨੂੰ ਪਤਾ ਡਾਕਟਰ B.R. ਅੰਬੇਡਕਰ ਦਾ ਕੀ ਕਹਿੰਦਾ ਹੈ। ਤੁਸੀਂ ਰੱਦ ਕਰਨਾ ਚਾਹੁੰਦੇ ਆ, ਅਸੀਂ ਨਹੀਂ ਰੱਦ ਹੋਣਾ, ਸਾਨੂੰ ਸਮਝ ਆ ਗਿਆ। ਤੁਹਾਨੂੰ ਅਸੀਂ ਇੱਥੋਂ ਖਦੇੜ ਦਿਆਂਗੇ। ਅਤੇ ਇੱਕ ਹੋਰ ਮੰਗ ਕਰਦੇ ਆ ਕਿ EVM ਬੰਦ ਹੋਣੀ ਚਾਹੀਦੀ ਹੈ। ਜੇ EVM ਬੰਦ ਹੁੰਦੀ ਹੈ, ਮੋਦੀ ਖਿਲਾਫ ਇੱਕ ਗਲਿਆ ਜਾਂ ਕੁੱਤਾ ਖੜਾ ਦਾਂਗੇ। ਜੇ ਮੋਦੀ ਜਿੱਤ ਗਿਆ ਤਾਂ ਸਾਡੇ ਤੇ ਕਾਨੂੰਨ ਲਾਗੂ ਕਰਦੇ, ਜੇ ਸਾਡਾ ਗਲਿਆ ਕੁੱਤਾ ਜਿੱਤ ਗਿਆ ਤਾਂ ਇਹਨੂੰ ਛੱਡ ਕੇ ਦੇਸ਼ ਵੀ ਜਾਣਾ ਪਊਗਾ। ਫਿਰ ਇਹ ਦੇਸ਼ ਛੱਡ ਕੇ ਜਾਵੇ, ਅਸਤੀਫਾ ਦੇਵੇ, ਮੁੜ ਕੇ ਇੱਥੇ ਸਾਡੇ ਦੇਸ਼ ਨਾ ਬੜੇ। ਇਹ ਸਾਡਾ ਚੈਲੰਜ ਹੈ। EVM ਖਤਮ ਕਰ ਦੇਵੇ। ਚੋਂ ਲੜ ਕੇ ਦੇਖ ਲੈ, ਸਾਡੇ ਗਲੇ ਹੋਏ ਕੁੱਤੇ ਨਾਲ ਸਾਡਾ ਕੁੱਤਾ ਜਿੱਤੂਗਾ, ਮੋਦੀ ਨਹੀਂ ਜਿੱਤਦਾ, ਅਸੀਂ ਜਿੱਤਾਂਗੇ। ਇਹ 85% ਲੋਕ ਜਿੱਤਣਗੇ। ਸਾਰੇ ਨੌਜਵਾਨਾਂ ਦਾ ਭਾਈ ਬਲਜਿੰਦਰ ਸਿੰਘ ਜੀ ਪਰਵਾਨਾ ਬੈਠੇ ਨੇ ਸਾਹਮਣੇ, ਭਾਈ ਰਣਜੀਤ ਸਿੰਘ ਜੀ ਬਾਂਦਰ ਵਾਲੇ ਆਏ ਹੋਏ ਨੇ, ਹੋਰ ਨੌਜਵਾਨ ਮੈਂ ਨਾਂ ਨਹੀਂ ਜਾਣਦਾ। ਸਾਰਿਆਂ ਦਾ, ਚੈਨਲ ਵਾਲਿਆਂ ਦਾ ਧੰਨਵਾਦ ਕਰਦਾ ਹੈ। ਸਾਰੇ ਨੌਜਵਾਨਾਂ ਦਾ ਧੰਨਵਾਦ ਹੈ। ਆ ਬੀਬੀਆਂ ਭੈਣਾਂ ਦਾ ਧੰਨਵਾਦ ਆ ਜੋ ਤੁਸੀਂ ਹੱਕ ਤੇ ਸੱਚ ਦੀ ਲੜਾਈ ਲੜ ਰਹੇ ਹੋ, ਹੱਕ ਤੇ ਸੱਚ ਦਾ ਪਹਿਰਾ ਦੇ ਰਹੇ ਹੋ ਅਤੇ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ। ਸੱਚ ਸਦਾ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਹੈ। ਸੱਚ ਸਦਾ ਹੀ ਪਰਚਮ ਸੱਚ ਦੇ ਝੂਲਦੇ ਨੇ। ਝੂਠ ਬਹੁਤਾ ਚਿਰ ਨਹੀਂ ਖੜਦਾ, ਝੂਠ ਦੇ ਪੈਰ ਨਹੀਂ ਹੁੰਦੇ। ਸੱਚ ਸਦਾ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਹੈ। ਜਿੱਤ ਯਕੀਨੀ ਆ, ਜਿੱਤ ਕੇ ਜਾਵਾਂਗੇ। ਇੰਨੀਆਂ ਬੇਨਤੀਆਂ ਕਰਦਾ ਹੋਇਆ ਉਹ ਨਾ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੁਟਾਰੇ ਵਜਾਵੇ, ਫਤਿਹ ਪਾਵੇ, ਨਿਹਾਲੇ ਜਾਵੇ। ਭੱਜੇ ਮੋਦੀ, ਭੱਜੇ ਭੱਜੇ ਨੂੰ ਨਾ ਲਵੇ, ਖਾਲਸਾ ਪੰਥ ਗੱਜੇ, ਨਿਹਾਲੇ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਜੀ ਰਾਜਾ ਰਾਜ ਸਿੰਘ ਜੀ, ਜਿਨ੍ਹਾਂ ਨੇ ਬੜੇ ਹੀ ਜਸ਼ੀਲੇ ਰੂਪ ਦੇ ਵਿੱਚ ਜਿਹੜੇ ਤੁਹਾਨੂੰ ਵਿਚਾਰ ਦੱਸੇ ਨੇ। ਤੇ ਇਹਨਾਂ ਦੇ ਨਾਲ ਬਾਬਾ ਕੁਲਦੀਪ ਸਿੰਘ ਜੀ ਚਮਕੌਰ ਸਾਹਿਬ, ਬਾਬਾ ਗੁਰਦੀਪ ਸਿੰਘ ਜੀ ਖੇਮੇਵਾਲ ਤੇ ਜਿਹੜੇ ਹੋਰ ਵੀ ਮੇਰੇ ਨਾਲ ਜਥੇਦਾਰ ਜੀ ਆਏ ਨੇ, ਉਹਨਾਂ ਨੂੰ ਜੀ ਆਇਆਂ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਤੇ ਹੁਣ ਮੈਂ ਬੇਨਤੀ ਕਰਦਾ ਜਿਹੜੇ ਆ ਜਥੇ ਹੁਣ ਆਪਣੇ ਸਾਹਮਣੇ ਆਏ ਬਾਬੇ ਬਕਾਲੇ ਵਾਲੇ ਭਾਈ ਗੁਰਪ੍ਰੀਤ ਸਿੰਘ ਜੀ, ਉਹ ਆਪਣੇ ਜਿਹੜੇ ਵਿਚਾਰ ਆਪਣੇ ਇੱਥੇ ਪੇਸ਼ ਕਰਨਗੇ। ਭਾਈ ਗੁਰਪ੍ਰੀਤ, ਇਸ ਤੋਂ ਬਾਅਦ ਭਾਈ ਬਖਸ਼ੀਸ਼ ਸਿੰਘ ਜੀ, ਉਹ ਵੀ ਜਿਹੜੇ ਨੇ ਸਟੇਜ ਦੇ ਕੋਲ ਹਨ। ਆਓ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੀ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਲਾਂ ਸਾਰੀਆਂ ਬਾਬਾ ਜੀ ਨੇ ਵਿਸਥਾਰ ਚ ਕਰ ਦਿੱਤੀਆਂ ਨੇ। ਮੈਂ ਸਿਰਫ ਧੰਨਵਾਦ ਕਰਨਾ, ਇੱਕ ਦੋ ਸ਼ਬਦ ਆਪ ਜੀ ਨਾਲ ਸਾਂਝੇ ਕਰਨੇ ਨੇ ਕਿ ਜਿੰਨੇ ਵੀ ਨੌਜਵਾਨ, ਇਹ ਕਿਸੇ ਇੱਕ ਜਥੇਬੰਦੀ ਦਾ ਪ੍ਰੋਗਰਾਮ ਨਹੀਂ ਸੀ, ਕਿਸੇ ਇੱਕ ਨੌਜਵਾਨ ਦਾ ਨਹੀਂ ਸੀ, ਇਹ ਸਾਰੇ ਨੌਜਵਾਨਾਂ ਨੇ ਰਲ ਮਿਲ ਕੇ ਪ੍ਰੋਗਰਾਮ ਲਿਖਿਆ ਸੀ ਕਿ ਪੰਜਾਬ, ਹਰਿਆਣਾ ਤੇ ਜੇ ਹੋਰ ਵੀ ਕਿਸੇ ਸਟੇਟ ਦੇ ਜਿਹੜੇ ਨੌਜਵਾਨ ਬਜ਼ੁਰਗ ਭੈਣਾਂ ਕੋਈ ਗ੍ਰਿਫਤਾਰ ਨੇ ਇਸ ਕਿਸਾਨੀ ਮੋਰਚੇ ਦੇ ਵਿੱਚੋਂ, ਉਹਨਾਂ ਸਾਰਿਆਂ ਦੀ ਰਿਹਾਈ ਵਾਸਤੇ ਅਸੀਂ ਜਿਹੜਾ ਇਹ ਮਾਰਚ ਕੱਢਿਆ ਹੈ। ਖਾਸ ਕਰਕੇ ਸਾਡੀ ਜਿਹੜੀ ਜਵਾਨੀ ਦੇ ਵਿੱਚੋਂ 2 ਯੋਧੇ, ਇੱਕ ਵੀਰ ਰਣਜੀਤ ਸਿੰਘ ਜਿਹਨੂੰ ਜ਼ਾਲਮਾਂ ਨੇ ਇੱਥੋਂ ਧੂ ਕੇ ਬੜੀ ਬੁਰੀ ਤਰ੍ਹਾਂ ਘਸੀਟ ਕੇ ਲੈ ਕੇ ਗਏ ਨੇ, ਤੇ ਉਸ ਤੋਂ ਬਾਅਦ ਦੂਸਰਾ ਵੀਰ ਦੀਪ ਸਿੱਧੂ ਜਿਹੜਾ ਕਿੰਨੇ ਚਿਰਾਂ ਤੋਂ ਸਾਡੇ ਹੱਕਾਂ ਵਾਸਤੇ ਲੜ ਰਿਹਾ ਹੈ। ਬੰਬੇ ਦੀ ਆਪਣੀਆਂ ਸੁੱਖ ਸਹੂਲਤਾਂ ਛੱਡ ਕੇ ਸਾਰੀਆਂ ਜਿਹੜੀਆਂ ਆ ਉਹ ਸਾਡੀ ਖਾਤਰ ਲੜ ਰਿਹਾ ਹੈ। ਸਾਡਾ ਫਰਜ਼ ਬਣਦਾ ਹੈ ਕਿ ਅੱਜ ਜੇ ਉਹਦੇ ਤੇ ਭੀੜ ਪਈ ਹੈ ਤਾਂ ਅਸੀਂ ਸਾਰੇ ਇਕੱਠੇ ਹੋਈਏ। ਉਹ ਜੇ ਜੇਲ੍ਹ 'ਚ ਗਿਆ ਹੈ ਤੇ ਕਿਸਾਨੀ ਸੰਘਰਸ਼ ਕਰਕੇ ਗਿਆ ਹੈ। ਸੋ ਤੀਸਰੀ ਜਿਹੜੀ ਭੈਣ ਹੈ ਨਵਰੀਤ ਕੌਰ, ਜਿਨ੍ਹਾਂ ਦੇ ਉੱਤੇ ਜੇਲ੍ਹ ਦੇ ਵਿੱਚ ਬਹੁਤ ਤਸ਼ੱਦਦ ਹੋਇਆ ਹੈ। ਬੜੀ ਦੁੱਖ ਦੀ ਗੱਲ ਹੈ ਕਿ ਇੱਥੋਂ ਉਹਨੂੰ ਚੁੱਕ ਕੇ ਪੁਲਿਸ ਲੈ ਜਾਂਦੀ ਹੈ ਤੇ ਉਸ ਤੋਂ ਬਾਅਦ 12 ਤਰੀਕ ਤੋਂ ਲੈ ਕੇ ਹੁਣ ਤੱਕ ਉਹਦੇ ਤੇ ਇੰਨਾ ਤਸ਼ੱਦਦ ਹੋਇਆ ਹੈ ਤੇ ਸਾਡੇ ਕਿਸੇ ਆਗੂ ਨੇ ਉਹਦੇ ਬਾਰੇ ਆਵਾਜ਼ ਨਹੀਂ ਚੁੱਕੀ। ਬੜੇ ਦੁੱਖ ਦੀ ਗੱਲ ਹੈ। ਸੋ ਇਹ ਵੀ ਬੇਨਤੀਆਂ ਕਰਨੀਆਂ ਨੇ ਕਿ ਜਦੋਂ ਵੀ ਜੇ ਅਸੀਂ ਸੰਘਰਸ਼ ਲੜ ਰਹੇ ਹਾਂ, ਜੇ ਕਿਸੇ ਨੂੰ ਕੋਈ ਮੁਸੀਬਤ ਪੈਂਦੀ ਹੈ, ਆਪਾਂ ਨੌਜਵਾਨ ਕੀ ਬਜ਼ੁਰਗ ਵੀ ਨਾਲ ਸਾਥ ਦਿਆ ਕਰੋ। ਆਪਾਂ ਸਾਰੇ ਇਕੱਠੇ ਹੋ ਕੇ ਉਹਦੇ ਖਿਲਾਫ ਆਵਾਜ਼ ਚੁੱਕੀਏ। ਅੱਜ ਜੇ ਆਪਾਂ ਮਾਰਚ ਕੱਢਿਆ, ਇਹ ਸਾਰੀ ਗੱਲ ਮੀਡੀਆ 'ਚ ਗਈ ਹੈ ਤੇ ਆਪਾਂ ਆਪਣੀ ਜਿਹੜੀ ਵੰਗਾਰ ਹੈ ਉਹ ਸਰਕਾਰ ਤੱਕ ਪਹੁੰਚੀ ਹੈ ਕਿ ਸਰਕਾਰ ਇਹ ਗੱਲ ਸੋਚ ਲਵੇ
ਕਿ ਜੇ ਸਾਡੇ 120 ਤੋਂ ਵੱਧ ਨੌਜਵਾਨ ਜਿਹੜੇ ਜੇਲ੍ਹਾਂ 'ਚ ਬੰਦ ਨੇ ਉਹ ਨਾ ਰਿਹਾ ਕੀਤੇ ਤੇ ਪੂਰੇ ਪੰਜਾਬ ਦੀ ਜਵਾਨੀ ਜੇਲ੍ਹਾਂ ਵੱਲ ਨੂੰ ਜਾਣ ਨੂੰ ਤਿਆਰ ਹੋ ਜਾਏਗੀ। ਤੇਰੀਆਂ ਜੇਲ੍ਹਾਂ ਭਰ ਜਾਣਗੀਆਂ ਪਰ ਨੌਜਵਾਨ ਨਹੀਂ ਮੁੱਕਣਗੇ। ਸੋ ਆਪ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸੇ ਤਰ੍ਹਾਂ ਏਕਾ ਬਣਾਈ ਰੱਖੋ। ਇਹ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਨੇ, ਜਿਹੜੇ ਆਪਸੇ ਮਤਭੇਦ ਹੁੰਦੇ ਨੇ, ਇਹਨਾਂ ਬਾਰੇ ਜੇ ਆਪਾਂ ਵਿਚਾਰ ਨਾ ਕਰਾਂਗੇ ਤੇ ਫਿਰ ਉਹ ਗੱਲ ਬਣਦੀ ਨਹੀਂ। ਦੂਜੀ ਧਿਰ ਨੂੰ ਲੱਗਦਾ ਹੈ ਕਿ ਸ਼ਾਇਦ ਸਾਨੂੰ ਕੋਈ ਪੁੱਛਣ ਵਾਲਾ ਹੀ ਨਹੀਂ। ਸੋ ਇਸ ਕਰਕੇ ਇਹਨਾਂ ਦੇ ਗੱਲਾਂ ਤੇ ਸਵਾਲ ਕਰਨੇ ਪੈਂਦੇ ਨੇ। ਜੋ ਬਾਬਾ ਜੀ ਨੇ ਗੱਲਾਂ ਕੀਤੀਆਂ ਨੇ, ਆਪਾਂ ਫਿਰ ਵੀ ਏਕੇ 'ਚ ਇਹਨਾਂ ਜਥੇਬੰਦੀਆਂ ਦੇ ਵੀ ਨਾਲ ਆ, ਉਹਨਾਂ ਦੇ ਵੀ ਨਾਲ ਆ, ਆਪਾਂ ਸਾਰੇ ਇਕੱਠੇ ਆ। ਤੇ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਜਿਹੜੇ ਨੌਜਵਾਨ ਨੇ ਉਹਨਾਂ ਦੀਆਂ ਭਾਵਨਾਵਾਂ ਨੂੰ ਵੀ ਸਮਝਿਆ ਜਾਵੇ, ਉਹਨਾਂ ਵੱਲ ਵੀ ਧਿਆਨ ਦਿੱਤਾ ਜਾਵੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਬੇਨਤੀ ਕਰਾਂ ਜੀ ਭਾਈ ਬਖਸ਼ੀਸ਼ ਸਿੰਘ ਜੀ, ਉਹ ਆਪਣੇ ਜਿਹੜੇ ਵਿਚਾਰ ਪੇਸ਼ ਕਰਨਗੇ। ਇਸ ਤੋਂ ਬਾਅਦ ਗੁਰਦੀਪ ਸਿੰਘ ਜੀ ਸਿੱਧੂ ਭੋਗਪੁਰ ਵਾਲੇ, ਇਹ ਆਪਣੇ 2 ਮਿੰਟ ਬਾਅਦ ਇਹ ਸਵਾਲ ਰੱਖਣਗੇ। ਪੰਡਾਲ ਵਿੱਚ ਬੈਠੇ ਸਾਰੇ ਕਿਸਾਨ ਵੀਰੋ, ਨੌਜਵਾਨ ਸਾਥੀਓ, ਸਭ ਤੋਂ ਪਹਿਲਾਂ ਗੁਰੂ ਜੀ ਦੀ ਬੁਲਾਈ ਹੋਈ ਫਤਿਹ ਬੁਲੰਦ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪ੍ਰੀਤ ਵੀਰ ਨੇ ਬਹੁਤ ਵਧੀਆ ਤਰੀਕੇ ਨਾਲ ਤੁਹਾਨੂੰ ਦੱਸ ਦਿੱਤਾ। ਬਾਬਾ ਜੀ ਨੇ ਉਸ ਤੋਂ ਪਹਿਲਾਂ ਕੋਈ ਕਸਰ ਨਹੀਂ ਛੱਡੀ। ਰਾਤ ਬੈਠ ਕੇ ਛੋਟਾ ਜਿਹਾ ਪ੍ਰੋਗਰਾਮ ਲਿਖਿਆ ਸੀ ਤੇ ਉਮੀਦ ਨਾਲੋਂ ਕਿਤੇ ਵੱਡਾ ਹੁੰਗਾਰਾ ਮਿਲਿਆ। ਰਸਤੇ ਦੇ ਵਿੱਚੋਂ ਟਰਾਲੀਆਂ ਚੋਂ ਨਿਕਲ ਕੇ ਕਿਸਾਨ ਵੀਰ ਨਾਲ ਰਲੇ। ਇੱਥੋਂ ਤੱਕ ਪਹੁੰਚਦਿਆਂ 100 ਕੁ ਬੰਦੇ ਦਾ ਜਥਾ ਹਜ਼ਾਰਾਂ ਦੇ ਵਿੱਚ ਤਬਦੀਲ ਹੋ ਗਿਆ। ਇਸ ਤੋਂ ਪਤਾ ਲੱਗਦਾ ਕਿਸਾਨ ਵੀਰੋ ਕਿੰਨਾ ਤੁਹਾਡੇ ਵਿੱਚ ਜੋਸ਼ ਅਜੇ ਵੀ ਬਾਕੀ ਹੈ। ਬਾਕੀ ਸਰਕਾਰਾਂ ਪੁਰਾਤਨ ਇਤਿਹਾਸ ਫੋਲ ਕੇ ਦੇਖ ਲਓ। ਸਰਕਾਰਾਂ ਦਾ ਸਭ ਤੋਂ ਵੱਡਾ ਪੈਂਕੜਾ ਇਹੀ ਹੁੰਦਾ ਹੈ ਕਿ ਪੜ੍ਹੋ ਤੇ ਰਾਜ ਕਰੋ। ਕਿਸੇ ਨਾ ਕਿਸੇ ਹੱਦ ਤੱਕ ਕਾਮਯਾਬ ਹੋ ਰਹੀਆਂ। ਜਿਹੜਾ ਨੌਜਵਾਨਾਂ ਨੂੰ ਇਹਨਾਂ ਦੇ ਨਾਲੋਂ ਪਾੜ ਕੇ ਗ੍ਰਿਫਤਾਰ ਕੀਤਾ, ਇਹ ਅਸੀਂ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੂੰ ਬੇਨਤੀ ਕਰਦੇ ਹਾਂ ਕਿ ਜੇ ਅੱਜ ਨੌਜਵਾਨਾਂ ਦੀ ਵਾਰੀ ਆ ਤੇ ਹੋ ਸਕਦਾ ਕੱਲ ਨੂੰ ਤੁਹਾਡੀ ਵੀ ਆ ਸਕਦੀ ਆ। ਇਸ ਕਰਕੇ ਰਲ ਮਿਲ ਕੇ ਸਾਰੇ ਨੌਜਵਾਨਾਂ ਦੀ ਰਿਹਾਈ ਲਈ ਅੱਗੇ ਆਉਣ। ਸਾਰੇ ਲੀਡਰ ਬਹੁਤ ਵਧੀਆ ਥਾਕਿਆ, ਬਹੁਤ ਚਿਰਾਂ ਤੋਂ ਕਿਸਾਨੀ ਸੰਘਰਸ਼ ਦੇ ਵਿੱਚ ਮਿਹਨਤ ਕਰ ਰਹੇ ਆ, ਪਰ ਜਦੋਂ ਇਦਾਂ ਪਬਲਿਕ ਸਾਹਮਣੇ ਬੈਠੀ ਹੁੰਦੀ ਹੈ ਤੇ ਕਿਤੇ ਨਾ ਕਿਤੇ ਥੋੜੀ ਫੀਲਿੰਗ ਗਲਤ ਲੈ ਜਾਂਦਾ। ਮੈਨੂੰ ਵੀ ਲੱਗਦਾ ਕੁਝ ਲੀਡਰ ਮੁੱਖ ਮੰਤਰੀ ਦੀ ਫੀਲਿੰਗ ਲੈ ਕੇ ਰਾਤ ਨੂੰ ਸੌਂਦੇ ਆ। ਉਸ ਦਾ ਇੱਕ ਨਤੀਜਾ ਤੁਹਾਡੇ ਸਾਹਮਣੇ ਆ ਕਿ ਸਾਰੇ ਪੰਜਾਬ ਦਾ, ਹਰਿਆਣੇ ਦਾ, ਯੂਪੀ ਦਾ ਜ਼ੋਰ ਦਿੱਲੀ ਦੇ ਬਾਰਡਰਾਂ ਤੇ ਲੱਗਾ ਤੇ ਰੈਲੀ ਜਗਰਾਉਂ ਰੱਖ ਕੇ ਬੈਠੇ ਹੋ। ਉਹ ਕਿਹੜੇ ਪੰਜਾਬ ਨੂੰ ਜਗਾਉਣ ਦੀਆਂ ਗੱਲਾਂ ਕਰਦੇ ਹੋ? ਪੰਜਾਬ ਤਾਂ ਪਹਿਲਾਂ ਹੀ ਜਾਗ ਚੁੱਕਾ। ਤੁਹਾਡੇ ਇੱਕ ਬੁਲਾਵੇ ਤੇ 26 ਜਨਵਰੀ ਨੂੰ ਹੜ੍ਹ ਆ ਗਿਆ ਸੀ। ਹੜ੍ਹ ਤੇ ਕੀ ਹੋ ਗਿਆ ਸੀ ਜੇ ਨੌਜਵਾਨਾਂ ਕੋਲੋਂ ਥੋੜਾ ਰਸਤਾ ਭਟਕ ਗਿਆ? ਉਹ ਕਦੇ ਸਰਕਾਰ ਦਾ ਬਿਆਨ ਤੇ ਉਡੀਕ ਲੈਂਦੇ। ਉਹ ਤੁਸੀਂ ਤੇ ਪਹਿਲਾਂ ਹੀ ਗਦਾਰ ਵੰਡਣਾ ਕਹਿਣਾ ਸ਼ੁਰੂ ਕਰਤਾ। ਸਰਕਾਰ ਦਾ ਕੋਈ ਅਜੇ ਤੱਕ ਪ੍ਰਤੀਕਰਮ ਨਹੀਂ ਆਇਆ ਸੀ ਤੇ ਸਿਰਫ ਇੰਨਾ ਹੀ ਕਹਿਣਾ ਹੈ ਵੀ ਕੋਈ ਗੱਲ ਨਹੀਂ, ਨੌਜਵਾਨ ਆ ਰੋਸ ਤੇ ਜੋਸ਼ ਦੇ ਵਿੱਚ ਰਸਤਾ ਭਟਕ ਗਿਆ। ਉਹ ਮੋਦੀ ਤੂੰ ਸਾਡੇ ਹੱਕ ਦੇ, ਅਸੀਂ ਤੇਰੀ ਦਿੱਲੀ ਕੋਲੋਂ ਕੀ ਲੈਣਾ ਤੇ ਤੇਰੇ ਲਾਲ ਕਿਲੇ ਤੋਂ ਕੀ ਲੈਣਾ? ਅਸੀਂ ਆਪਣੇ ਘਰਾਂ ਨੂੰ ਜਾਈਏ ਤੇ ਅੱਜ ਆਹ ਦਿਨ ਨਾ ਦੇਖਣਾ ਪੈਂਦਾ। ਗੱਲ ਇੰਨੀ ਕਹਿਣ ਦੀ ਸੀ, ਪਰ ਥੋੜੀ ਜਿਹੀ ਹੈਂਕੜਬਾਜ਼ੀ ਛੱਡ ਕੇ ਜੇ ਇਹਨਾਂ ਗੱਲਾਂ ਨੂੰ ਵਿਚਾਰਨ ਤੇ ਸ਼ਾਇਦ ਹੁਣ ਤੱਕ ਆਏ ਆ ਥਾਣੇਵਾਲ, ਖਾਨਪੁਰ, ਸਠਿਆਲਾ ਤੇ ਰਜਾਦੇਵਾਲ। ਤੁਸੀਂ ਸੱਚ ਮਾਣਿਓ ਰਾਤ ਨੂੰ ਨੀਂਦ ਨਹੀਂ ਆਉਂਦੀ। ਪਹਿਲਾਂ ਸਾਰਿਆਂ ਨੂੰ ਟਰਾਲੀਆਂ ਦੇ ਵਿੱਚ ਜਾ ਕੇ ਪੁੱਛੀਦਾ, ਸੌਣ ਲਈ ਜਗ੍ਹਾ ਮਿਲ ਗਈ, ਰੋਟੀ ਖਾਧੀ, ਸਵੇਰੇ ਉੱਠ ਕੇ ਪੁੱਛੀਦਾ, ਚਾਹ ਪੀਤੀ ਤੇ 26 ਜਨਵਰੀ ਨੂੰ ਸਾਰਾ ਪੰਜਾਬ ਸੱਦ ਕੇ ਆਪ ਤੇ ਸੌਂ ਗਏ। ਤੇ ਕਿੱਧਰ ਜਾਂਦੇ ਨੌਜਵਾਨ ਜਿਹੜੇ ਸਾਰੀ ਰਾਤ ਬਾਰਡਰ ਤੇ ਲਾਈਨਾਂ ਲਾ ਕੇ ਟਰੈਕਟਰ ਲੈ ਕੇ ਖਲੋਤੇ ਰਹੇ? ਤੇ ਨਿੱਕੇ ਮੋਟੇ ਪਰਚੇ, ਛੋਟੀਆਂ ਮੋਟੀਆਂ ਗ੍ਰਿਫਤਾਰੀਆਂ ਸਰਕਾਰ ਪ੍ਰੈਸ਼ਰ ਬਣਾਉਣ ਦਾ ਕਰਕੇ ਕਰਦੀ ਹੁੰਦੀ ਹੈ। ਇਹਦੇ ਤੋਂ ਸਾਡੀ ਕੌਮ ਘਬਰਾਉਂਦੀ ਨਹੀਂ, ਕੋਈ ਨਵੀਂ ਗੱਲ ਨਹੀਂ ਆ। ਅੱਜ ਵੀ ਸਾਡੇ ਘਰਾਂ ਦੇ ਵਿੱਚ ਇੱਕ ਚਿੱਠੀ ਗਈ ਆ, ਜਿਹੜਾ 26 ਤਰੀਕ ਨੂੰ ਟਰੈਕਟਰ ਆਇਆ ਸੀ ਦਿੱਲੀ ਵੱਲੋਂ, ਪਿਆਣ ਕੇ ਫੜੇ ਗਏ। ਇਹਨਾਂ ਨਾਲ ਸਾਡਾ ਕੋਈ ਸਬੰਧ ਨਹੀਂ ਤੇ ਟਰੈਕਟਰਾਂ ਦਾ ਤੇ ਹੈਗਾ ਸੀ। ਹੁਣ ਮੈਂ ਬੇਨਤੀ ਕਰਾਂ ਬਾਬਾ ਗੁਰਦੀਪ ਸਿੰਘ ਜੀ ਸਿੱਧੂ ਭੋਗਪੁਰ ਵਾਲੇ, ਉਹ ਆਪਣੇ 2 ਮਿੰਟ ਵਿਚਾਰ ਰੱਖਣ। ਮੇਰੀਆਂ ਬੀਬੀਆਂ, ਬਜ਼ੁਰਗ, ਮੇਰੇ ਵੀਰ,
ਜਿਹੜੀ